ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਦਾ ਹੀ ਨਹੀਂ ਸਗੋਂ ਦੀ ਭਾਰਤ ਦੀ ਸਿਆਸਤ ਦਾ ਵੀ ਵੱਡਾ ਪ੍ਰਾਈਮ ਮੁੱਦਾ। ਗੱਲਬਾਤ ਕਰਾਂਗੇ ਕਿ ਚਰਚਾਵਾਂ ਨੇ ਕਿ ਕੇਂਦਰ ਦੇ ਵੱਲੋਂ 3 ਨਵੇਂ ਖੇਤੀ ਕਾਨੂੰਨਾਂ ਦੇ ਸਬੰਧ ਦੇ ਵਿੱਚ ਇੱਕ ਪ੍ਰਸਤਾਵ ਲਿਆਂਦਾ ਗਿਆ। ਉਹ ਪ੍ਰਸਤਾਵ ਜਿਹੜੇ ਆ ਖੇਤੀ ਮੰਤਰੀ ਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਭੇਜੇ ਗਏ ਨੇ ਤੇ ਉਸ ਤੋਂ ਬਾਅਦ ਕਹਿੰਦੇ ਉਹ ਪ੍ਰਸਤਾਵ ਜਿਹੜੇ ਆ ਉਹ ਕਿਸਾਨਾਂ ਨੂੰ ਭੇਜੇ ਜਾ ਸਕਦੇ ਨੇ। ਕੀ ਉਹ ਪ੍ਰਸਤਾਵ ਨੇ ਉਹ ਵੀ ਤੁਹਾਨੂੰ ਦੱਸਾਂਗੇ, ਪਰ ਗੱਲ ਇਹ ਹੈ ਕਿ ਪੰਜਾਬ ਦੇ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਹੈ, ਸਿਆਸੀ ਪੰਡਤਾਂ ਦੇ ਵਿੱਚ ਚਰਚਾ ਹੈ ਕਿ ਇਸ ਦੇ ਪਿੱਛੇ ਵੀ, ਇਹਨਾਂ ਪ੍ਰਸਤਾਵਾਂ ਦੇ ਪਿੱਛੇ ਵੀ ਇੱਕ ਵੱਡੀ ਸਿਆਸਤ ਹੈ। ਕੀ ਉਹ ਸਿਆਸਤ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ ਦਿਨੀ ਆਪਣੀ ਹਾਈ ਕਮਾਨ ਨੂੰ ਮਿਲਣ ਦੇ ਲਈ ਉੱਥੇ ਜਾਂਦੇ ਨੇ ਦਿੱਲੀ, ਤੇ ਉਸ ਤੋਂ ਬਾਅਦ ਉੱਥੇ ਗੱਲਬਾਤ ਕਰਦੇ ਨੇ ਦੇਸ਼ ਦੇ ਗ੍ਰਹਿ ਮੰਤਰੀ ਜਿਹੜੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਦੇ ਨੇ। ਉਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਮੁਲਾਕਾਤ ਕਰਦੇ ਨੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਵੀ ਗੱਲ ਉੱਥੇ ਕਹਿ ਕੇ ਆਉਂਦੇ ਨੇ ਕਿ ਤੁਸੀਂ ਭਾਈ ਆਪਣੀ ਛਵੀ ਸੁਧਾਰੋ, ਤੁਹਾਡੀ ਪਾਰਟੀ ਦਾ ਜਿਹੜਾ ਪੰਜਾਬ ਦੇ ਅੰਦਰ ਬੜਾ ਬੁਰਾ ਹਾਲ ਹੋ ਰਿਹਾ ਹੈ ਤੇ ਖੇਤੀ ਕਾਨੂੰਨ ਤੁਸੀਂ ਰੱਦ ਕਰ ਦਿਓ। ਤੇ ਇਸੇ ਸਾਰੇ ਨੂੰ ਲੈ ਕੇ, ਸੁਧਾਰ ਨੂੰ ਲੈ ਕੇ ਚਰਚਾਵਾਂ ਨੇ ਕਿ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਜੋ ਕਾਂਗਰਸ ਦੇ ਅੰਦਰ ਸਥਿਤੀ ਬਣੀ ਹੋਈ ਹੈ, ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਪਾਵਰ ਵੱਡੀ ਦਿੱਤੀ ਗਈ ਹੈ, ਆਪਣੇ ਹਿਸਾਬ ਦੇ ਨਾਲ ਉਹ ਤੈਨਾਤੀਆਂ ਕਰ ਰਹੇ ਨੇ, ਤਾਂ ਕੈਪਟਨ ਅਮਰਿੰਦਰ ਸਿੰਘ ਦੇ ਲਈ ਕਾਂਗਰਸ ਦੇ ਵਿੱਚ ਰਹਿਣਾ ਜਿਹੜਾ ਉਹ ਔਖਾ ਹੋ ਸਕਦਾ ਹੈ। ਤਾਂ ਇਸੇ ਕਰਕੇ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਗਾਂਠ ਸਾਂਠ ਜਿਹੜੀ ਹੋ ਸਕਦੀ ਹੈ ਭਾਜਪਾ ਦੇ ਨਾਲ। ਕਿਸ ਤਰੀਕੇ ਦੇ ਨਾਲ ਇਹ ਹੋ ਸਕਦੀ ਹੈ ਕਿ ਵਾਕਈ ਕੈਪਟਨ ਅਮਰਿੰਦਰ ਸਿੰਘ ਗੱਠਜੋੜ ਕਰ ਸਕਦੇ ਨੇ ਭਾਜਪਾ ਦੇ ਨਾਲ, ਜਾਂ ਫਿਰ ਸਿਰਫ ਇਹ ਚਰਚਾਵਾਂ ਨੇ ਜੇ ਕਰਦੇ ਨੇ ਗੱਠਜੋੜ ਤਾਂ ਕਿ ਕੈਪਟਨ ਅਮਰਿੰਦਰ ਸਿੰਘ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਅੰਦਰ ਕਾਂਗਰਸ ਛੱਡ ਕੇ ਭਾਜਪਾ ਦੇ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਹੋਣਗੀ। ਇਹਨਾਂ ਗੱਲਾਂ ਤੇ ਸਾਰੀਆਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ ਤੇ ਚਰਚਾ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਅਣਖੀ ਸਾਹਿਬ ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੇ ਪ੍ਰਸਤਾਵ ਕੀ ਆ ਰਹੇ ਨੇ ਉਹ ਦੱਸ ਦਈਏ ਇੱਕ ਵਾਰੀ ਦਰਸ਼ਕਾਂ ਨੂੰ, ਜਿਹੜੀ ਚਰਚਾਵਾਂ ਬਣੀਆਂ ਹੋਈਆਂ ਨੇ ਕਿ ਪ੍ਰਸਤਾਵ ਆ ਰਿਹਾ, ਪ੍ਰਸਤਾਵ ਕੀ ਆ ਰਿਹਾ, ਪਹਿਲਾਂ ਇਹ ਦਰਸ਼ਕਾਂ ਨੂੰ ਦੱਸ ਦਈਏ ਤੇ ਉਸ ਤੋਂ ਬਾਅਦ ਅੱਗੇ ਜਿਹੜੀ ਵਿਚਾਰ ਚਰਚਾ ਫਿਰ ਕਰਦੇ ਹਾਂ। ਸੁਖਵਿੰਦਰ ਜੀ, ਇਸ ਤਰੀਕੇ ਨਾਲ ਆ ਕਿ ਜਿਸ ਤਰੀਕੇ ਨਾਲ ਆਪਾਂ ਆਪਣੇ ਪ੍ਰੋਗਰਾਮ ਦੇ ਉੱਤੇ ਜਿਹੜਾ ਥੰਬਨੇਲ ਲਾਇਆ, ਥੰਬਨੇਲ ਦੇ ਵਿੱਚ ਦੋ ਜਿਹੜੀਆਂ ਚੀਜ਼ਾਂ ਨੇ ਬੜੀਆਂ ਮਹੱਤਵਪੂਰਨ ਨੇ। ਇੱਕ ਤਾਂ ਕਿਸਾਨਾਂ ਦਾ ਸਮਝੌਤਾ ਜਿਹੜਾ ਜਾਂ ਕਿਸਾਨ ਅੰਦੋਲਨ ਨਾਲ ਸੰਬੰਧਿਤ, ਔਰ ਦੂਜਾ ਜਿਹੜਾ ਪੁਆਇੰਟ ਹੈਗਾ ਉਹ ਹੈਗਾ ਕਿ ਪਰਦੇ ਪਿਛਲੀ ਸਿਆਸਤ ਜਾਂ ਸਮਝੌਤੇ ਪਿਛਲੀ ਸਿਆਸਤ। ਤਾਂ ਮੇਰਾ ਖਿਆਲ ਆ ਕਿ ਜੇਕਰ ਸਿਆਸਤ ਦੇ ਸੰਦਰਭ ਦੇ ਵਿੱਚ ਗੱਲ ਕਰੀਏ ਤਾਂ ਉਹ ਗੱਲ ਬੜੀ ਲਾਹੇਵੰਦ ਜਾਂ ਬੜੀ ਦਰਸ਼ਕਾਂ ਵਾਸਤੇ ਅਸੀਂ ਕਹਿ ਸਕਦੇ ਕਿ ਦਿਲਚਸਪ ਹੋ ਸਕਦੀ ਹੈ। ਪਰ ਚਲੋ, ਤੁਸੀਂ ਜਿਹੜਾ ਪ੍ਰਸ਼ਨ ਕੀਤਾ ਕਿ ਉਹ ਫਿਰ ਸਭ ਤੋਂ ਪਹਿਲਾਂ ਉਹਦੇ ਸੰਬੰਧ ਦੇ ਵਿੱਚ ਕੀਤਾ ਆ ਕਿ ਜਿਹੜੇ ਸਮਝੌਤੇ ਦੇ ਸੰਦਰਭ ਦੇ ਵਿੱਚ ਸਾਡੇ ਕੋਲ ਨਵੀਂ ਜਾਣਕਾਰੀ ਉਹ ਕੀ ਹੈਗੀ ਆ। ਸੁਖਵਿੰਦਰ ਜੀ, ਉਹਦੇ ਸੰਬੰਧ ਦੇ ਵਿੱਚ ਜੋ ਜਾਣਕਾਰੀ ਸਾਡੇ ਕੋਲ ਹੁਣ ਤੱਕ ਪਹੁੰਚੀ ਹੈ ਉਸ ਦੇ ਵਿੱਚ ਤਾਂ ਇੱਕ ਇਹ ਆ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਦੇ ਸੰਦਰਭ ਦੇ ਵਿੱਚ ਪ੍ਰਸਤਾਵ ਤਿਆਰ, ਕਿਸਾਨੀ ਅੰਦੋਲਨ ਦੇ ਸੰਦਰਭ ਦੇ ਵਿੱਚ ਜਿਹੜਾ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ, ਉਹਦੇ ਵਿੱਚ ਤਾਂ ਇਹ ਗੱਲ ਹੈ ਕਿ ਇੱਕ MSP ਜਿਹੜੀ ਆ ਉਹ ਖਤਮ ਨਹੀਂ ਹੋਏਗੀ। ਉਹਦੇ ਸੰਬੰਧੀ ਬਕਾਇਦਾ ਤੌਰ ਤੇ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਇਹ ਮੰਗ ਕਰਦੀਆਂ ਰਹੀਆਂ ਕਿ ਸਾਨੂੰ ਲਿਖਤੀ ਭਰੋਸਾ ਜਿਹੜਾ ਦਿੱਤਾ ਜਾਵੇ, ਉਹਦੇ ਸੰਬੰਧੀ ਜਿਹੜੀ ਕੇਂਦਰ ਸਰਕਾਰ ਉਹ ਤਿਆਰ ਹੋ ਗਈ ਆ ਕਿ ਆਪਾਂ ਜਿਹੜਾ ਇਸ ਸੰਬੰਧ ਵਿੱਚ ਲਿਖਤੀ ਸਮਝੌਤਾ ਜਿਹੜਾ ਕਦੋਂ ਤਿਆਰ ਹੈਗੀਆਂ ਕਿ ਨਿਰਧਾਰਤ ਰੇਟਾਂ ਦੇ ਅਨੁਸਾਰ ਜਿਹੜੀ ਫਸਲ ਹੈ ਮੰਡੀ ਚੋਂ ਚੁੱਕੀ ਜਾਏਗੀ, ਜੋ ਸਰਕਾਰ ਨਿਰਧਾਰਤ ਕਰੇਗੀ। ਦੂਸਰਾ ਜਿਹੜਾ ਇੱਕ ਮੰਗ ਹੋਰ ਸੀ ਕਿ ਜਿਹੜੀ ਨਿੱਜੀ ਕੰਪਨੀਆਂ ਨੇ ਉਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਹੋਣੀ ਜ਼ਰੂਰੀ ਹੈ, ਕਿਉਂਕਿ ਅੱਗੇ ਇਹ ਸੀ ਕਿ ਜਿਸ ਵੀ ਵਿਅਕਤੀ ਕੋਲ ਆਧਾਰ ਕਾਰਡ ਹੈਗਾ, ਆਧਾਰ ਕਾਰਡ ਦੇ ਆਧਾਰ ਤੇ ਉਹ ਆਪਣੇ ਆਪ ਨੂੰ ਲੈ ਕੇ ਮੰਡੀ ਦੇ ਵਿੱਚ ਜਾ ਕੇ ਉਹ ਕੰਟਰੈਕਟ ਫਾਰਮਿੰਗ ਜਿਹੜੀ ਉਹ ਕਰ ਸਕਦੀ ਆ। ਪਰ ਕਿਸਾਨ ਜਥੇਬੰਦੀਆਂ ਕਹਿੰਦੇ ਸੀ ਕਿ ਬਕਾਇਦਾ ਤੌਰ ਤੇ ਜਿਹੜੀ ਵੀ ਕੰਪਨੀ ਹੁੰਦੀ ਉਹਦੀ ਇੱਕ ਰਜਿਸਟ੍ਰੇਸ਼ਨ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ, ਤਾਂ ਜੋ ਕਿਸੇ ਵੀ ਕਿਸਮ ਦਾ ਕਿਸਾਨਾਂ ਦਾ ਧੋਖਾ ਨਾ ਹੋਵੇ। ਤਾਂ ਸਰਕਾਰ ਇਸ ਗੱਲ ਵੀ ਮੰਨ ਗਈ ਹੈ ਕਿ ਜਿਸ ਵੀ ਵਿਅਕਤੀ ਨੇ ਜਾਂ ਜਿਹੜੀ ਵੀ ਕੰਪਨੀ ਮੰਡੀ ਦੇ ਵਿੱਚ ਕਿਸਾਨਾਂ ਦੀ ਫਾਰਮਿੰਗ ਜਾਂ ਫਸਲ ਜਿਹੜੀ ਚੁੱਕਣਾ ਚਾਹੁੰਦੀ, ਉਹ ਬਕਾਇਦਾ ਤੌਰ ਤੇ ਉਹਦੀ ਜਿਹੜੀ ਰਜਿਸਟ੍ਰੇਸ਼ਨ ਆ ਸੂਚੀਬੱਧ ਅਸੀਂ ਕਹਿ ਸਕਦੇ ਪੰਜਾਬੀ ਦੇ ਵਿੱਚ, ਉਹ ਸਰਕਾਰ ਦੇ ਕਾਗਜ਼ਾਂ ਦੇ ਵਿੱਚ ਹੋਣੀ ਹੋਵੇਗੀ ਔਰ ਜ਼ਰੂਰੀ ਹੋਵੇਗੀ। ਔਰ ਤੀਜਾ ਸਭ ਤੋਂ ਵੱਡਾ ਜਿਹੜਾ ਮਹੱਤਵਪੂਰਨ ਪੁਆਇੰਟ ਆ ਉਹ ਇਹ ਆ ਕਿ ਜੇਕਰ ਕੰਟਰੈਕਟ ਫਾਰਮ ਕਿਸੇ ਤਰੀਕੇ ਨਾਲ ਨਹੀਂ ਕਿਸੇ ਸਿਰੇ ਪੰਨੇ ਲੱਗਦੀ ਤਾਂ ਅੱਗੇ ਉਹ DC ਤੱਕ ਅਧਿਕਾਰੀ ਉਹਦੇ ਸੰਬੰਧ ਵਿੱਚ ਇਹ ਗੱਲ ਹੈ ਕਿ ਕਿਸਾਨ ਜਿਹੜਾ ਕੋਰਟ ਦੇ ਵਿੱਚ ਜਿਹੜਾ ਉਹ ਨਹੀਂ ਜਾ ਸਕਦਾ। ਵੱਧ ਤੋਂ ਵੱਧ SDM
ਜਾਂ ਡੀਸੀ ਨੂੰ ਆਪਣੀ ਉਹ ਕੰਪਲੇਂਟ ਜਿਹੜੀ ਉਹ ਦੇ ਸਕਦਾ। ਪਰ ਹੁਣ ਜਿਹੜੀ ਇਸ ਪ੍ਰਸਤਾਵ ਦੇ ਅਧੀਨ ਇਹ ਗੱਲ ਕਹੀ ਗਈ ਆ ਕਿ ਉਹ ਕੋਰਟ ਦੇ ਵਿੱਚ ਜੋ ਜਾ ਸਕਣਗੇ ਕਿਸਾਨ, ਕਿ ਜੇਕਰ ਕਿਸੇ ਵੀ ਤਰੀਕੇ ਦਾ ਕੰਟੈਕਟ ਫਾਰਮਿੰਗ ਦੇ ਸੰਦਰਭ ਦੇ ਵਿੱਚ ਉਹਨਾਂ ਨੂੰ ਕੋਈ ਵਿਤਕਰਾ ਜਿਹੜਾ ਉਹ ਝੱਲਣਾ ਪੈਂਦਾ ਜਾਂ ਕਿਸੇ ਵੀ ਤਰੀਕੇ ਦਾ ਧੋਖਾਧੜੀ ਜਿਹੜੀ ਉਹ ਹੁੰਦੀ ਹੈ। ਸੋ ਇਹ ਤਿੰਨ ਮਹੱਤਵਪੂਰਨ ਇਹ ਉਹ ਨੁਕਤੇ ਨੇ ਕਿ ਜਿਹੜੇ ਇਸ ਕਾਲੇ ਕਿਸਾਨਾਂ ਦੇ ਕਾਲੇ ਕਾਨੂੰਨ ਦੇ ਨਾਲ ਸੰਬੰਧਿਤ ਨੇ, ਔਰ ਕਿਸਾਨ ਜਿਹੜੇ ਬੀਤੇ 7-8 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ, ਔਰ ਉਸ ਤਰੀਕੇ ਦੇ ਨਾਲ ਇਹ ਅਸੀਂ ਕਹਿ ਸਕੇ ਕਿ ਕਿਸਾਨਾਂ ਦੀ ਇੱਕ ਜਿੱਤ ਜਿਹੜੀ ਆ, ਜਿੱਤ ਤਾਂ ਨਹੀਂ ਮੈਂ ਕਹਿ ਸਕਦਾ, ਕਿਉਂਕਿ ਕਿਸਾਨ ਜਿਹੜੇ ਇਸ ਗੱਲ ਤੇ ਚੱਲੇ ਆ ਕਿ ਅਸੀਂ 3 ਕਾਲੇ ਕਾਨੂੰਨ ਜਿਹੜੇ ਰੱਦ ਕਰਾਉਣੇ ਆ। ਪਰ ਜੀਵਨ ਦੇ ਵਿੱਚ ਜਾਂ ਜ਼ਿੰਦਗੀ 'ਚ ਕਈ ਵਾਰੀ ਸੁਖਵਿੰਦਰ ਜੀ ਇਹੋ ਜਿਹੇ ਪੜਾਅ ਆਉਂਦੇ ਆ ਕਿ ਜਦੋਂ ਸਮਝੌਤੇ ਨਾ ਕਿਸੇ ਮੋੜ ਤੇ ਆਣ ਕੇ ਕੁਝ ਨਾ ਕੁਝ ਤੁਹਾਨੂੰ ਵੀ ਥੱਲੇ ਚੁੱਕਣਾ ਪੈਂਦਾ ਅਗਲੇ ਬੰਦੇ ਨੂੰ। ਤਾਂ ਸਾਹਿਬ ਜਿਹੜੀ ਵਿੱਚ ਆਵਾਜ਼ ਜਿਹੜੀ ਟੁੱਟ ਗਈ ਹੈ ਜੀ ਆਰਕੀ ਸਾਹਿਬ ਜੀ। ਜੀ ਤਾਂ ਮੇਰੇ ਖਿਆਲ ਅਨੁਸਾਰ ਕਿ ਕਿਸਾਨਾਂ ਨੂੰ ਜਿਸ ਤਰੀਕੇ ਨਾਲ ਇਸ ਵੇਲੇ ਜਿਹੜੀ ਕੇਂਦਰ ਸਰਕਾਰ ਆ ਕਿ ਸਮਝੌਤੇ ਦੇ ਮੂਡ 'ਚ ਹੈਗੀ ਆ, ਤਾਂ ਸਮਝੌਤੇ ਦੇ ਮੂਡ 'ਚ ਉਹਨਾਂ ਨੇ ਇਹ 3 ਪ੍ਰਸਤਾਵ ਜਿਹੜੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਵੀ ਇਹਦੇ ਸੰਬੰਧੀ ਕੀ ਪ੍ਰਤੀਕਰਮ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਇਸ ਤਰੀਕੇ ਨਾਲ ਲੱਗਦਾ ਕਿ ਕਿਸਾਨਾਂ ਵਾਸਤੇ ਇੱਕ ਜਿੱਤ ਦਾ ਇੱਕ ਪਹਿਲਾ ਕਦਮ ਆ ਜਿਹੜਾ ਕੇਂਦਰ ਸਰਕਾਰ ਵੱਲੋਂ ਪੁੱਟਿਆ ਗਿਆ। ਹੁਣ ਇਹਨਾਂ 3 ਪ੍ਰਸਤਾਵਾਂ ਦੇ ਸੰਬੰਧ ਦੇ ਵਿੱਚ ਕਿਸਾਨ ਜਥੇਬੰਦੀਆਂ ਜਾਂ ਜਿਹੜੀ ਕਿਸਾਨ ਸੰਘਰਸ਼ ਕਮੇਟੀ ਜਾਂ ਸੰਯੁਕਤ ਮੋਰਚਾ ਕੀ ਸੋਚਦਾ ਜਾਂ ਉਸ ਦਾ ਬਿਆਨ ਕੀ ਆ, ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਜੇਕਰ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀ ਇੱਕੋ ਰੱਟ ਰਹੀ ਆ ਕਿ ਨਹੀਂ ਜੀ ਅਸੀਂ 3 ਕਾਲੇ ਕਾਨੂੰਨ ਰੱਦ ਹੀ ਕਰਾਉਣੇ, ਉਸ ਤੋਂ ਇਲਾਵਾ ਅਸੀਂ ਕੋਈ ਕਰਨਾ ਹੀ ਕੱਖ ਨਹੀਂ, ਤਾਂ ਫਿਰ ਜਿਹੜੀਆਂ ਸਥਿਤੀਆਂ ਨੇ ਫਿਰ ਤਾਂ ਕੁਝ ਹੋਰ ਹੋ ਸਕਦਾ। ਫਿਰ ਪਤਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹੀਆਂ ਸਥਿਤੀਆਂ ਜਿਹੜੀਆਂ ਪੈਦਾ ਹੋਣਗੀਆਂ ਜਾਂ ਕਿਹੋ ਜਿਹੀਆਂ ਸਥਿਤੀਆਂ ਪੈਦਾ ਨਹੀਂ ਹੋਣਗੀਆਂ। ਪਰ ਫਿਰ ਵੀ ਅਸੀਂ ਇਹ ਕਹਿ ਸਕਦੇ ਕਿ ਕਿਸਾਨੀ ਅੰਦੋਲਨ ਦੇ ਸੰਦਰਭ ਦੇ ਵਿੱਚ ਇਹ ਇੱਕ ਚੰਗੀ ਖਬਰ ਆ ਜਿਸ ਦਾ ਸਵਾਗਤ ਕਰਨਾ ਸਾਡਾ ਫਰਜ਼ ਬਣਦਾ ਆ। ਜੀ ਸੁਖਵਿੰਦਰ ਜੀ। ਬਿਲਕੁਲ, ਪਰ ਇਸ ਦੇ ਪਿੱਛੇ ਜਿਹੜੀ ਸਿਆਸਤ ਦੇਖੀ ਜਾ ਰਹੀ ਹੈ, ਕਹਿੰਦੇ ਕਿ ਜਿਸ ਤਰੀਕੇ ਨਾਲ ਪਹਿਲਾਂ ਮੈਂ ਭੂਮਿਕਾ ਦੇ ਵਿੱਚ ਦੱਸ ਕੇ ਹਟਿਆ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾਂਦੇ ਨੇ ਮੁਲਾਕਾਤ ਕਰਦੇ ਨੇ ਤੇ ਉਸ ਤੋਂ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਮਿਲਦੇ ਨੇ। ਬੇਸ਼ੱਕ ਉਹ ਗੱਲਾਂ ਕਹਿੰਦੇ ਨੇ ਕਿ ਮੈਂ ਵੈਕਸੀਨ ਦੇ ਕਰਕੇ ਮਿਲਿਆ ਸੀ, ਖੇਤੀ ਕਾਨੂੰਨਾਂ ਦੇ ਕਰਕੇ ਮਿਲਿਆ ਸੀ, ਕਹਿੰਦੇ ਕਿ ਮੈਂ ਕਿਹਾ ਕਿ ਤੁਸੀਂ ਆਪਣੀ ਭਾਈ ਪਾਰਟੀ ਦੀ ਤੇ ਆਪਣੀ ਛਵੀ ਸੁਧਾਰੋ, ਕਿਸਾਨਾਂ ਦਾ ਜਿਹੜਾ ਮਸਲਾ ਹੱਲ ਕਰੋ। ਪਰ ਪੰਜਾਬ ਦੇ ਜਿਸ ਤਰੀਕੇ ਨਾਲ ਸਿਆਸੀ ਸਮੀਕਰਨ ਬਣੇ ਹੋਏ ਨੇ, ਉਹ ਇਹਨਾਂ ਮੁਲਾਕਾਤਾਂ ਨੂੰ ਹੋਰ ਤਰੀਕੇ ਨਾਲ ਲੈ ਰਹੇ ਨੇ। ਉਹ ਇਹ ਗੱਲਾਂ ਕਹਿ ਰਹੇ ਨੇ ਕਿ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਉੱਥੇ ਗਾਂਠ-ਸਾਂਠ ਕਰਦੇ ਫਿਰਦੇ ਹੋਣ, ਕਿਉਂਕਿ ਲੰਬੇ ਸਮੇਂ ਤੋਂ ਜਿਹੜੇ ਇਲਜ਼ਾਮਾਤ ਲੱਗਦੇ ਆ ਰਹੇ ਆ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਕਿ ਭਾਈ ਉਹ ਰਾਹੁਲ ਤੇ ਸੋਨੀਆ ਤੇ ਪ੍ਰਿਯੰਕਾ ਦੀ ਘੱਟ ਮੰਨਦੇ ਆ, ਨਰਿੰਦਰ ਮੋਦੀ ਦੀ ਘੱਟ ਜ਼ਿਆਦਾ ਮੰਨਦੇ ਆ, ਤੇ ਅਕਾਲੀ ਦਲ ਦੇ ਨਾਲ ਵੀ ਮਿਲੇ ਹੋਣ ਦੇ ਜਿਹੜੇ ਉਹਨਾਂ ਤੇ ਇਲਜ਼ਾਮ ਲੱਗਦੇ ਰਹੇ ਆ ਲਗਾਤਾਰ, ਜਿਹੜੇ ਆ ਨਵਜੋਤ ਸਿੰਘ ਸਿੱਧੂ 75-25 ਦੇ ਇਲਜ਼ਾਮ ਜਿਹੜੇ ਲਾਉਂਦੇ ਰਹੇ ਆ। ਤੇ ਹੁਣ ਜਿਹੜੀ ਸਥਿਤੀ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਦੇ ਅੰਦਰ ਹੈ, ਉਹ ਸਥਿਤੀ ਨੂੰ ਵੇਖਦਿਆਂ ਸਿਆਸੀ ਕਲਿਆਰਾਂ ਦੇ ਵਿੱਚ ਤੇ ਸਿਆਸੀ ਪੰਡਤ ਜਿਹੜੇ ਆ ਉਹ ਇਸ ਤਰੀਕੇ ਦੇ ਨਾਲ ਲੈ ਰਹੇ ਨੇ ਇਹਨਾਂ ਪ੍ਰਸਤਾਵਾਂ ਨੂੰ ਕਿ ਹੋ ਸਕਦਾ ਹੈ ਕਿ ਆਪਣੀ ਛਵੀ ਬਚਾਉਣ ਦੇ ਲਈ 2022 ਦੇ ਅੰਦਰ ਭਾਜਪਾ ਜਿਹੜੀ ਹੈ ਤਕੜੀ ਹੋ ਕੇ ਚੋਣਾਂ ਲੜਨ ਦੇ ਲਈ ਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਲਈ ਇਹ ਸਾਰਾ ਕੁਝ ਕਰਵਾ ਰਹੇ ਹੋਣ, ਤੇ ਜਿਸ ਤਰੀਕੇ ਦੀ ਆਪਣੀ ਉਹਨਾਂ ਦੀ ਛਵੀ ਬਣੀ ਹੈ ਕਾਂਗਰਸ ਦੇ ਅੰਦਰ, ਤੇ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਨਾਲ ਅੱਗੇ ਆ ਰਹੇ ਆ, ਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਚਾਹੇ ਪਾਰਟੀ ਤੋਂ ਬਾਹਰ ਦਾ ਰਸਤਾ ਦੇਖਣਾ ਪਵੇ ਜਾਂ ਆਪ ਨੂੰ ਜਾਣਾ ਪਵੇ ਜਾਂ ਪਾਰਟੀ ਕਰ ਦੇਵੇ। ਜਿਸ ਤਰੀਕੇ ਦੀਆਂ ਗੱਲਾਂ ਬਾਤਾਂ ਜਿਹੜੀਆਂ ਚੱਲ ਰਹੀਆਂ ਨੇ, ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਕੋਈ ਨਾ ਕੋਈ ਟਿਕਾਣਾ ਚਾਹੀਦਾ ਹੈ, ਤੇ ਟਿਕਾਣਾ ਉਹਨਾਂ ਦੇ ਲਈ ਸਿਰਫ ਇੱਕ ਬੀਜੇਪੀ ਰਹਿੰਦਾ ਹੈ, ਬੀਜੇਪੀ ਰਹਿ ਜਾਊਗਾ। ਤੇ ਬੀਜੇਪੀ ਦੀ ਸਥਿਤੀ ਜਿਹੜੀ ਆ ਉਹ ਪੰਜਾਬ ਦੇ ਅੰਦਰ ਕੋਈ ਬਹੁਤੀ ਚੰਗੀ ਨਹੀਂ ਖੇਤੀ ਕਾਨੂੰਨਾਂ ਦੇ ਕਰਕੇ, ਤੇ ਸ਼ਾਇਦ ਉਹ ਇਹ ਗੱਲਾਂ ਸੋਚਦੇ ਹੋਣ ਕਿ ਜੇ ਖੇਤੀ ਕਾਨੂੰਨਾਂ ਦਾ ਕੋਈ ਹੱਲ ਹੋ ਜੇ ਤਾਂ ਸ਼ਾਇਦ ਮੇਰੇ ਲਈ ਵੀ ਇੱਕ ਟਿਕਾਣਾ ਬਣ ਜੂ। ਤੇ ਹੋ ਸਕਦਾ ਹੈ ਕਿ ਮੋਦੀ ਅਤੇ ਭਾਜਪਾ ਦੇ ਲਈ ਵੀ ਇਹ ਗੱਲ ਕਹਿਣ ਹੋਊਗੀ, ਦੇਖੋ ਭਾਈ ਤੁਹਾਨੂੰ ਇਹ ਕਾਨੂੰਨ ਨਹੀਂ ਚੰਗੇ ਲੱਗੇ ਤੇ ਅਸੀਂ ਰੱਦ ਜਿਹੜੇ ਕਰਦੇ ਆ। ਕਿਵੇਂ ਦੇਖਦੇ ਹੋ ਕਿ ਵਾਕਈ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਇਹਨਾਂ ਦੇ ਵਿੱਚ ਕੋਈ ਦਮ ਹੈ, ਜਾਂ ਫਿਰ ਜਿਸ ਤਰੀਕੇ ਦੇ ਨਾਲ ਪਹਿਲਾਂ ਕਈ ਤਰ੍ਹਾਂ ਦੀਆਂ ਕਿਆਸ ਰਾਈਆਂ ਲਾਈਆਂ ਜਾਂਦੀਆਂ ਨੇ, ਜਾਂ ਸਿਰਫ ਕਿਆਸ ਰਾਈਆਂ ਹੀ ਰਹਿ ਜਾਣਗੀਆਂ? ਸੁਖਵਿੰਦਰ ਜੀ, ਤੁਹਾਨੂੰ ਯਾਦ ਹੋਵੇਗਾ ਕਿ ਅੱਜ ਤੋਂ 2 ਦਿਨ ਪਹਿਲਾਂ ਆਪਾਂ ਇੱਕ ਸ਼ਾਮ ਨੂੰ ਪ੍ਰੋਗਰਾਮ ਕੀਤਾ ਸੀ ਜਿਸ ਵਿੱਚ ਵੱਖ-ਵੱਖ ਪਾਰਟੀਆਂ ਦੀ ਜਿਹੜੀ ਸਥਿਤੀ ਹੈ ਪੰਜਾਬ ਦੇ ਵਿੱਚ ਉਹਦਾ ਵਿਸ਼ਲੇਸ਼ਣ ਬੜਾ ਬਖੂਬੀ ਤੋਂ ਅਸੀਂ ਦੋਵਾਂ ਨੇ ਕੀਤਾ। ਤਾਂ ਉਹਦੇ ਸੰਬੰਧ ਵਿੱਚ ਜਦੋਂ ਤੁਸੀਂ ਲਾਸਟ ਦੇ ਵਿੱਚ ਮੈਨੂੰ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਵੱਲੋਂ ਪੁੱਛਿਆ ਤਾਂ ਤੁਹਾਨੂੰ ਯਾਦ ਹੋਵੇਗਾ ਤੁਸੀਂ ਕਿਹਾ ਕਿ ਥੋੜਾ ਜਿਹਾ ਟਾਈਮ ਆਪਾਂ ਇਹਦੇ ਤੇ ਲਾ ਲਈਏ। ਤਾਂ ਮੈਂ ਤੁਹਾਨੂੰ ਕਿਹਾ ਨਹੀਂ ਸੁਖਵਿੰਦਰ ਜੀ, ਥੋੜਾ ਟਾਈਮ ਨਹੀਂ, ਆਪਾਂ ਥੋੜਾ ਟਾਈਮ ਜ਼ਿਆਦਾ ਲਾਉਂਦੇ ਆ, ਕਿਉਂਕਿ ਉਹਨਾਂ ਕੋਲ ਬਹੁਤ ਕੁਝ ਇਹੋ ਜਿਹਾ ਚੀਜ਼ਾਂ ਉਹਨਾਂ ਕੋਲ ਪਈਆਂ ਨੇ ਕਿ ਪਤਾ ਨਹੀਂ ਉਹਨਾਂ ਨੇ ਕਿਹੜਾ ਧੁੱਪ ਦਾ ਪਤਾ ਜਿਹੜਾ ਉਹਨਾਂ ਨੇ ਸੋਚਿਆ। ਤੇ ਸੁਖਵਿੰਦਰ ਜੀ, ਤੁਸੀਂ ਉਸ ਗੱਲ ਨਾਲ ਪੂਰਨ ਤੌਰ ਤੇ ਮੇਰੇ ਨਾਲ ਉਸ ਗੱਲ ਦੀ ਭਰੋਸਾ ਜਿਹੜੀ ਕੀਤੀ ਸੀ। ਤਾਂ ਸੁਖਵਿੰਦਰ ਜੀ, ਜਿਹੜੀ ਅੱਜ ਦੀ ਸਥਿਤੀ ਹੈ ਜਾਂ ਜਿਹੋ ਜਿਹੇ ਅੱਜ ਦੀਆਂ ਜਿਹੜਾ
ਸਥਿਤੀਆਂ ਬਣ ਰਹੀਆਂ ਨੇ, ਉਸ ਸੰਦਰਭ 'ਚ ਤਾਂ ਸੁਖਵਿੰਦਰ ਜੀ ਤੁਹਾਡੀ ਗੱਲ ਤੇ ਜਿਹੜਾ ਤੁਸੀਂ ਬਿਆਨ ਕੀਤਾ ਉਹਦੇ ਤੇ ਬਖੂਬੀ ਜਿਹੜੀ ਮੋਹਰ ਉਹ ਲੱਗਦੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਿਨ ਬ ਦਿਨ ਪੰਜਾਬ ਦੇ ਵਿੱਚ ਬੈਕਫੁੱਟ ਤੇ ਜਾ ਰਹੇ ਆ। ਕਿਉਂਕਿ ਨਵਜੋਤ ਸਿੱਧੂ ਵੱਲੋਂ ਜਿਸ ਤਰੀਕੇ ਦੇ ਨਾਲ ਆਪਣੀ ਕਾਂਗਰਸ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਪ੍ਰਗਟ ਸਿੰਘ ਹੋਰਾਂ ਦੀ ਉਹਨਾਂ ਨੂੰ ਨਿਯੁਕਤ ਕੀਤਾ ਗਿਆ, ਜਨਰਲ ਸਕੱਤਰ ਨਿਯੁਕਤ ਕੀਤਾ ਗਿਆ, ਸਭ ਮੀਡੀਆ ਸਲਾਹਕਾਰ ਨਿਯੁਕਤ ਕੀਤੇ ਗਏ, ਦੂਜੇ ਪਾਸੇ ਉਹਨਾਂ ਨੇ ਆਪਣੇ ਸਲਾਹਕਾਰ ਜਿਹੜੇ ਨਿਯੁਕਤ ਕੀਤੇ। ਪਰ ਇਹਦੇ ਵਿੱਚ ਕਿਤੇ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕਿਤੇ ਕੋਈ ਚੱਲੀ ਨਹੀਂ। ਕੈਪਟਨ ਅਮਰਿੰਦਰ ਸਿੰਘ ਹੋਰਾਂ ਕੋਲ ਕੇਵਲ ਇੱਕੋ ਇੱਕ ਚੀਜ਼ ਸੀ ਕਿ ਮੈਂ ਕਾਂਗਰਸ ਦੇ ਵਿੱਚ ਵਜ਼ਾਰਤ ਦੇ ਵਿੱਚ ਫੇਰ ਬਦਲ ਕਰਨਾ, ਤੇ ਅੱਜ 18 ਤਰੀਕ ਹੋ ਗਈ ਆ, ਅਜੇ ਤੱਕ ਇਹਦੇ ਸੰਬੰਧ ਦੇ ਵਿੱਚ ਵੀ ਜਿਹੜੀ ਆ ਕੋਈ ਗੱਲ ਜਿਹੜੀ ਆ ਉਹ ਨਜ਼ਰ ਜਿਹੜੀ ਨਹੀਂ ਆ ਰਹੀ। ਤਾਂ ਕਹਿਣ ਦਾ ਅਰਥ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਹੋਣੀ ਦਿਨ ਬ ਦਿਨ ਜਿਹੜੀ ਬੈਕਫੁੱਟ ਤੇ ਜਾ ਰਹੇ ਆ। ਤਾਂ ਇਸ ਬੈਕਫੁੱਟ ਤੇ ਜਾਣ ਕਾਰਨ ਹੀ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਦਿੱਲੀ ਦੇ ਵਿੱਚ ਜਿਸ ਦਿਨ ਬੀਤੇ ਦਿਨ ਮੁਲਾਕਾਤਾਂ ਕੀਤੀਆਂ ਗਈਆਂ ਅਮਿਤ ਸ਼ਾਹ ਦੀ, ਜਿਸ ਤਰੀਕੇ ਨਾਲ ਆਪਾਂ ਆਪਣੀ ਸਕਰੀਨ ਤੇ ਫੋਟੋ ਦਿਖਾ ਰਹੇ ਹਾਂ ਔਰ ਪ੍ਰਧਾਨ ਮੰਤਰੀ ਮੋਦੀ ਨਾਲ ਦਿਖਾ ਰਹੇ ਹਾਂ, ਉਹ ਸਭ ਤੋਂ ਜ਼ਿਆਦਾ ਜਿਹੜਾ ਵਿਰੋਧ ਸੀ ਉਹ ਹਰਸਿਮਰਤ ਕੌਰ ਬਾਦਲ ਨੇ ਕੀਤਾ ਸੀ, ਤੁਹਾਨੂੰ ਯਾਦ ਹੋਵੇਗਾ। ਹਾਲਾਂਕਿ ਚਲੋ ਹਰਸਿਮਰਤ ਕੌਰ ਨੂੰ ਇੱਕ ਰਾਜ ਦਾ ਅਗਰ ਮੁੱਖ ਮੰਤਰੀ ਕਿਸੇ ਪ੍ਰਧਾਨ ਮੰਤਰੀ ਨੂੰ ਆਪਣੇ ਨੂੰ ਮਿਲਣਾ ਉਸਦਾ ਇੱਕ ਸੰਵਿਧਾਨਕ ਅਧਿਕਾਰ ਹੈ, ਤਾਂ ਕਿਸੇ ਨੂੰ ਇਹਦੇ ਉੱਤੇ ਕਿੰਤੂ ਪਰੰਤੂ ਕਰਨ ਦਾ ਹੱਕ ਨਹੀਂ ਹੈ। ਪਰ ਸਭ ਤੋਂ ਜ਼ਿਆਦਾ ਜਿਹੜਾ ਵਿਰੋਧ ਸੀ ਜਾਂ ਸਭ ਤੋਂ ਜ਼ਿਆਦਾ ਜਿਹੜਾ ਦੁੱਖ ਸੀ ਉਹ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਲੱਗਾ। ਉਸ ਦਾ ਕਾਰਨ ਇਹੋ ਸੀ ਕਿ ਉਹਨਾਂ ਨੂੰ ਪਤਾ ਕਿ ਜਿਹੜੀਆਂ ਪਰਦੇ ਦੀਆਂ ਪਿਛਲੀਆਂ ਜਿਹੜੀਆਂ ਸਭ ਬੰਦੀਆਂ ਕਿਸ ਤਰੀਕੇ ਨਾਲ ਹੋ ਰਹੀਆਂ ਨੇ। ਦੇਖੋ ਇਹ ਗੱਲ ਕਲੀਅਰ ਹੈ ਸੁਖਵਿੰਦਰ ਜੀ ਕਿ ਭਾਰਤੀ ਜਨਤਾ ਪਾਰਟੀ ਇਸ ਵੇਲੇ ਤੁਸੀਂ ਇਹ ਨਾ ਸਮਝੋ ਕਿ ਪੂਰਨ ਤੌਰ ਤੇ ਉਹ ਚੁੱਪ ਕਰਕੇ ਬੈਠੀ ਆ। ਉਹਨੂੰ ਵੀ ਪਤਾ ਆ ਕਿ 2022 ਦੀਆਂ ਚੋਣਾਂ ਦੇ ਵਿੱਚ ਉਹਨੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਉਤਰਨਾ, ਤੇ ਜੇਕਰ ਉਹਨੇ ਉਤਰਨਾ ਤਾਂ ਕੁਝ ਨਾ ਕੁਝ ਲੈ ਕੇ ਉਤਰਨਾ। ਜੇਕਰ ਇਹ ਜੋ ਕੁਝ ਅਸੀਂ ਅੱਜ ਖਬਰਾਂ ਦੇ ਹਵਾਲੇ ਨਾਲ ਜਿਸ ਮੁੱਦੇ ਤੇ ਡਿਸਕਸ ਕਰ ਰਹੇ ਹਾਂ, ਇਹ ਖਬਰਾਂ ਪਹਿਲਾਂ ਵੀ ਆ ਸਕਦੀਆਂ ਸੀ। ਤਾਂ ਇਹ ਵੇਖੋ ਹੌਲੀ ਹੌਲੀ ਇਹਨਾਂ ਮੁੱਦਿਆਂ ਨੂੰ ਕੱਢ ਰਹੇ ਆ। ਤਾਂ ਤੁਸੀਂ ਦੇਖਣਾ ਕਿ ਜਦੋਂ ਕੋਡ ਆਫ ਕੰਡਕਟ ਦਾ ਐਲਾਨ ਹੋਏਗਾ ਤਾਂ ਭਾਰਤੀ ਜਨਤਾ ਪਾਰਟੀ ਬਹੁਤ ਕੁਝ ਇਹੋ ਜਿਹਾ ਕਰ ਸਕਦੀ ਹੈ ਕਿ ਹਾਂ ਭਈ ਅਸੀਂ ਇਹ ਕਾਲੇ ਕਾਨੂੰਨ ਰੱਦ ਕੀਤੇ, ਅਸੀਂ ਸਭ ਕੁਝ ਉਸ ਤਰੀਕੇ ਨਾਲ ਕੀਤਾ ਜਿਸ ਤਰੀਕੇ ਨਾਲ ਪੰਜਾਬ ਦੇ ਕਿਸਾਨ ਚਾਹੁੰਦੇ ਆ। ਤਾਂ ਪਰ ਦੂਸਰੇ ਪਾਸੇ ਇਹ ਵੀ ਗੱਲ ਹੈਗੀ ਕਿ ਭਾਰਤੀ ਜਨਤਾ ਪਾਰਟੀ ਕੋਲ ਇੱਕ ਚਿਹਰਾ, ਸਿੱਖ ਚਿਹਰਾ ਚਾਹੀਦਾ, ਤੇ ਉਹ ਜਿਹੜਾ ਸਿੱਖ ਚਿਹਰਾ ਆ ਸੁਖਵਿੰਦਰ ਜੀ, ਉਹ ਫਿਰ ਪਤਾ ਹੀ ਹੈ ਕਿਹੜਾ ਸਿੱਖ ਚਿਹਰਾ। ਕਿਉਂਕਿ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਣੀ ਕਾਂਗਰਸ ਪਾਰਟੀ ਦੇ ਵਿੱਚ ਦਿਨ ਬ ਦਿਨ ਬੈਕਫੁੱਟ ਤੇ ਜਾ ਰਹੇ ਆ, ਉਹਨਾਂ ਨੂੰ ਪਤਾ ਕਿ 2022 ਦੀਆਂ ਚੋਣਾਂ ਦੇ ਵਿੱਚ ਉਹਨਾਂ ਦੀ ਉਹ ਸਥਿਤੀ ਮੁੱਖ ਮੰਤਰੀ ਵਾਲੀ ਰਹਿਣੀ ਤਾਂ ਨਹੀਂ ਆ, ਪਰ ਕਿਉਂਕਿ ਰਾਜਸੀ ਲਹੂ ਉਹਨਾਂ ਦੇ ਵਿੱਚ, ਇੱਕ ਸਿਆਸੀ ਲਹੂ ਉਹਨਾਂ ਦੇ ਵਿੱਚ ਆ। ਮੈਂ ਗੱਲ ਸੋਚ ਰਿਹਾ ਪਰ ਜਿਸ ਤਰੀਕੇ ਦੀ ਤੁਸੀਂ ਬੈਕਫੁੱਟ ਤੇ ਗੱਲ ਕਰ ਰਹੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਬੈਕਫੁੱਟ ਤੇ ਕਾਂਗਰਸ 'ਚ ਗਏ ਆ, ਤੁਹਾਨੂੰ ਨਹੀਂ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਸਿਰਫ ਬੈਕਫੁੱਟ ਤੇ ਕਾਂਗਰਸ ਜੀ ਨਹੀਂ ਗਏ, ਸਗੋਂ ਦੀ ਪੰਜਾਬ ਦੀ ਸਿਆਸਤ ਦੇ ਅੰਦਰ ਵੀ ਬੈਕਫੁੱਟ ਤੇ ਚਲੇ ਗਿਆ? ਕਿਉਂਕਿ ਜਿਹੋ ਜੀ ਉਹਨਾਂ ਦੀਆਂ ਪਰਿਸਥਿਤੀਆਂ ਅੱਜ ਬਣੀਆਂ ਹੋਈਆਂ ਉਹਨਾਂ ਦੇ ਲਈ, ਜਿਹੋ ਜੀ ਛਵੀ ਲੋਕਾਂ ਦੇ ਅੰਦਰ ਉਹਨਾਂ ਦੀ ਬਣ ਗਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਕੰਮਕਾਜ ਨਹੀਂ ਕਰ ਰਹੇ, ਲੋਕਾਂ ਨੂੰ ਮਿਲ ਨਹੀਂ ਰਹੇ ਸੀ, ਮੰਤਰੀਆਂ ਵਿਧਾਇਕਾਂ ਨੂੰ ਨਹੀਂ ਮਿਲ ਰਹੇ ਸੀ, ਤੇ ਕੋਈ ਕੰਮਕਾਜ ਇਹਨਾਂ ਦੇ ਵੱਲੋਂ ਨਹੀਂ ਕੀਤਾ, ਗੁਟਕਾ ਸਾਹਿਬ ਦੀ ਸਹੁੰ ਖਾਧੀ ਗਈ ਸੀ, ਹੋਰ ਬਹੁਤ ਸਾਰੀਆਂ ਜਿਹੜੇ। ਤੁਹਾਨੂੰ ਨਹੀਂ ਲੱਗਦਾ ਕਿ ਅੱਜ ਕੱਲ੍ਹ ਦਾ ਜਿਹੜਾ ਕਾਂਗਰਸ ਦਾ ਵਿਰੋਧ ਘੱਟ ਤੇ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਆਦਾ ਹੈ? ਅਜਿਹੀ ਸਥਿਤੀ ਦੇ ਵਿੱਚ ਜਿਹੜੀ ਪਾਰਟੀ ਦਾ ਆਪਣਾ ਕੋਈ ਵਜੂਦ ਨਹੀਂ, ਜਾਂ ਫਿਰ ਜਿਹੜੀ ਪਾਰਟੀ ਖੁਦ ਐਡੇ ਵੱਡੇ ਵਿਰੋਧ ਦਾ ਸਾਹਮਣਾ ਕਰ ਰਹੀ ਹੋਵੇ, ਤੇ ਉਹ ਇੱਕ ਹੋਰ ਮੁਸੀਬਤ ਮੁੱਲ ਲੈ ਲਵੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕਿ ਇੱਕ ਤਾਂ ਮੇਰਾ ਵਿਰੋਧ ਤਾਂ ਹੋ ਹੀ ਰਿਹਾ, ਤੇਰਾ ਵੀ ਵਿਰੋਧ ਹੋ ਰਿਹਾ, ਜਾਂ ਫਿਰ ਜਾਂ ਤਾਂ ਇਕੱਠੇ ਹੋ ਜਾਈਏ, ਜਾਂ ਫਿਰ ਇਹਦੇ ਵਿੱਚ ਉਹਨਾਂ ਨੂੰ ਕੋਈ ਫਾਇਦਾ ਲੱਗ ਰਿਹਾ, ਜਾਂ ਫਿਰ ਡੁੱਬਦੇ ਨੂੰ ਤਿਣਕੇ ਦਾ ਸਹਾਰਾ? ਦੇਖੋ ਸੁਖਵਿੰਦਰ ਜੀ, ਇੱਕ ਗੱਲ ਕਲੀਅਰ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਇੰਨੀ ਗੱਲ ਕਹੀ ਹੈ ਨਾ ਕਿ ਕੈਪਟਨ ਅਮਰਿੰਦਰ ਸਿੰਘ ਹੋਣੀ ਬੈਕਫੁੱਟ ਤੇ ਪੰਜਾਬ ਦੇ ਵਿੱਚ ਗਏ ਨੇ, ਮੈਂ ਤੁਹਾਡੀ ਇਸ ਗੱਲ ਨਾਲ ਪੂਰਨ ਤੌਰ ਤੇ ਸਹਿਮਤ ਜਿਹੜਾ ਨਹੀਂ ਹੈਗਾ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਣੀ ਜੇਕਰ ਬੈਕਫੁੱਟ ਪੰਜਾਬ ਦੀ ਸਿਆਸਤ ਦੇ ਵਿੱਚੋਂ ਗਏ ਹੁੰਦੇ ਨਾ, ਤੇ 4.5 ਸਾਲ ਦੌਰਾਨ ਉਹ ਬਿਲਕੁਲ ਆਪਣੇ ਘਰ ਆਰਾਮ ਨਾਲ ਸੁੱਤੇ ਨਾ ਹੁੰਦੇ, ਕਿਉਂਕਿ ਉਹਨਾਂ ਦੇ ਖਿਲਾਫ ਕਿਸੇ ਨੇ ਆਵਾਜ਼ ਉਠਾਈ ਨਹੀਂ। ਤੇ ਜੇਕਰ ਆਵਾਜ਼ ਉਠਾਈ, ਸਾਹਿਬ ਇਸੇ ਕਰਕੇ ਹੀ ਅੱਜ ਬੈਕਫੁੱਟ ਤੇ ਨੇ। ਜੇਕਰ ਪੰਜਾਬ ਦੀ ਸਿਆਸਤ ਦੇ ਅੰਦਰ ਉਹ ਸਟਰੋਂਗ ਹੁੰਦੇ ਤਾਂ ਸ਼ਾਇਦ ਨਵਜੋਤ ਸਿੰਘ ਸਿੱਧੂ ਅੱਜ ਅੱਗੇ ਨਾ ਆਉਂਦੇ। ਇਹ ਲੋਕਾਂ ਦੇ ਮਨਾਂ ਦੇ ਵਿੱਚ ਉਹ ਕੱਟੇ ਗਏ ਨੇ। ਸਿਆਸਤ ਕਿਹਨਾਂ ਦੇ ਸਿਰ ਤੇ ਹੋਣੀ ਹੈ? ਲੋਕਾਂ ਦੇ ਸਿਰ ਤੇ ਹੋਣੀ ਹੈ ਨਾ, ਤੇ ਲੋਕਾਂ ਦੇ ਸਿਰ ਤੋਂ ਕੱਟੇ ਗਏ ਨੇ, ਆਪਣੇ ਮੰਤਰੀਆਂ ਵਿਧਾਇਕਾਂ ਦੇ ਸਿਰਾਂ ਤੋਂ ਕੱਟੇ ਗਏ ਨੇ, ਤੇ ਉਹਨਾਂ ਨੂੰ ਆਸ ਜਿਹੜੀ ਜਾਗੀ ਹੈ ਨਵਜੋਤ ਸਿੰਘ ਸਿੱਧੂ ਤੋਂ ਜਾਗੀ ਹੈ, ਤੇ ਉਹਨਾਂ ਨੂੰ ਆਇਆ ਕਿ ਸਾਡੀ ਪਾਰਟੀ ਨੂੰ ਵੀ ਸਾਨੂੰ ਵੀ ਇਹ ਜਿਤਾਉਣ ਵਾਲਾ ਨਵਜੋਤ ਸਿੰਘ ਸਿੱਧੂ ਹੈ। ਤੇ 4.5 ਸਾਲ ਉਹ ਸੁੱਤੇ ਰਹੇ, ਇਸੇ ਕਰਕੇ ਤਾਂ ਸਿਆਸਤ ਦੇ ਅੰਦਰ ਬੈਕਫੁੱਟ ਤੇ ਗਏ ਨੇ। ਜੀ। ਪਰ ਉਹ ਜਿਹੜੀ ਸਿਆਸਤ ਤੇ ਬੈਕਫੁੱਟ ਤੇ ਸੁਖਵਿੰਦਰ ਜੀ ਗਏ ਨੇ ਕੇਵਲ ਔਰ ਕੇਵਲ
ਕਾਂਗਰਸ ਦੇ ਸੰਦਰਭ ਦੇ ਵਿੱਚ ਬੈਕਫੁੱਟ ਤੇ ਗਏ ਨੇ। ਅੱਜ ਦੀ ਤਰੀਕ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਸੀਂ ਪੰਜਾਬ ਦੀ ਸਿਆਸਤ ਦੇ ਵਿੱਚੋਂ ਮੰਨਫੀ ਨਹੀਂ ਜੇ ਕਰ ਸਕਦੇ। ਮਨਫੀ ਨਹੀਂ ਅੱਜ ਕਰ ਦੀ ਸਕਦੇ, ਪਰ ਬੈਕਫੁੱਟ ਤੇ ਜਾਂਦੇ ਜ਼ਰੂਰ ਦਿਖਾਈ ਦੇ ਰਿਹਾ, ਕਿਉਂਕਿ ਜੇ ਅੱਜ ਉਹਨਾਂ ਨੇ ਕਿਤੇ ਪਾਰਟੀ ਬਦਲਣੀ ਹੋਵੇ, ਨਾ ਤਾਂ ਉਹਨਾਂ ਨੂੰ ਅਕਾਲੀ ਦਲ ਨੇ ਰਹਿਣਾ, ਨਾ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਰਹਿਣਾ। ਉਹ ਕੀ ਕਹਿ ਕੇ ਰਹਿਣਗੇ ਕਿ ਦੇਖੋ ਜੀ ਅਸੀਂ ਜਿਹੜੇ ਮੁੱਖ ਮੰਤਰੀ ਤੇ ਇਲਜ਼ਾਮ ਲਾ ਰਹੇ ਸੀ ਕਿ ਇਹਨੇ ਕੁਝ ਨਹੀਂ ਕੀਤਾ, ਇਹ ਸਾਡੇ ਚ ਆ ਜਾਵੇ ਤੇ ਇੱਧਰ ਵੀ ਆ ਕੇ ਕੁਝ ਨਾ ਕਰੇ। ਯਾਨੀ ਇਸ ਕਰਕੇ ਦੂਜੀਆਂ ਪਾਰਟੀਆਂ ਦੇ ਅੰਦਰ ਤਾਂ ਜਿਹੜੀ ਉਹਦੀ ਵਿਰੋਧਤਾ ਹੈ ਹੀ, ਆਪਣੀ ਪਾਰਟੀ ਦੇ ਅੰਦਰ ਵੀ ਵਿਰੋਧਤਾ ਤੇ ਆ ਖਾਸ ਕਰਕੇ ਲੋਕਾਂ ਦੇ ਅੰਦਰ ਵੀ ਵਿਰੋਧ ਹੈ। ਤੇ ਇਸੇ ਕਰਕੇ ਮੈਂ ਕਹਿ ਰਿਹਾ ਕਿ ਸਿਆਸਤ 'ਚ ਬੈਕਫੁੱਟ ਤੇ ਸਿਆਸਤ 'ਚ ਬੈਕਫੁੱਟ ਤੇ ਸੁਖਵਿੰਦਰ ਜੀ ਸ਼ਾਇਦ ਪਤਾ ਨਹੀਂ ਆਪੋ ਆਪਣਾ ਵਿਸ਼ਲੇਸ਼ਣ ਦਾ ਆਧਾਰ ਹੁੰਦਾ। ਮੈਂ ਆਪਣੇ ਵਿਸ਼ਲੇਸ਼ਣ ਦੇ ਆਧਾਰ ਤੇ ਜੋ ਮੈਂ ਤੁਹਾਨੂੰ ਡਿਫਾਈਨ ਕਰ ਰਿਹਾ ਜਾਂ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਦੇ ਅਨੁਸਾਰ ਅੱਜ ਦੀ ਤਰੀਕ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਣੀ ਬਿਲਕੁਲ ਕਾਂਗਰਸ ਸਰਕਾਰ ਦੇ ਪਲੇਟਫਾਰਮ ਤੇ ਅਗਰ ਵੇਖੀਏ ਤਾਂ ਉਹ ਬੈਕਫੁੱਟ ਤੇ ਨੇ। ਪਰ ਜੇਕਰ ਤੁਸੀਂ ਬਾਕੀ ਉਹਨੂੰ ਸਥਿਤੀਆਂ ਦੇ ਆਧਾਰ ਤੇ ਵੇਖੀਏ, ਆਮ ਆਦਮੀ, ਤੁਸੀਂ ਬੜਾ ਵਧੀਆ ਸਵਾਲ ਕੀਤਾ, ਆਮ ਆਦਮੀ ਪਾਰਟੀ ਕਿਉਂ ਲਊਗੀ? ਕਿਉਂਕਿ ਆਮ ਆਦਮੀ ਪਾਰਟੀ 'ਚ ਜਾਣ ਦਾ ਆਧਾਰ ਹੀ ਕੋਈ ਨਹੀਂ ਹੈ ਤੇ ਨਾ ਹੀ ਅਕਾਲੀ ਦਲ 'ਚ ਜਾ ਸਕਦੇ ਆ। ਤੁਹਾਨੂੰ ਯਾਦ ਹੋਵੇਗੀ ਕਿ ਅਕਾਲੀ ਦਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੇਵਲ ਔਰ ਕੇਵਲ ਇੱਕ ਸੀਟ ਜਿਹੜੀ ਡਕਾਲਾ ਤੋਂ ਮੰਗੀ ਸੀ, ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਉਹ ਸੀਟ ਨਹੀਂ ਸੀ ਦਿੱਤੀ। ਤਾਂ ਉਸ ਵੇਲੇ ਬੜੀ ਪੁਰਾਣੀ ਗੱਲ ਲੱਗਾ, ਕਿਉਂਕਿ ਆਦਮਪੁਰ ਹਵਾਈ ਅੱਡੇ ਦੇ ਉੱਤੇ ਫਾਰੂਕ ਅਬਦੁੱਲਾ ਜਿਹੜੇ ਸੀ ਉਹ ਆਏ, ਉਹਨਾਂ ਦਿੱਲੀ ਜਾਣਾ ਸੀ, ਬਕਾਇਦਾ ਉਤਰੇ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਇੰਨੀ ਸਿਫਾਰਿਸ਼ ਕਰਕੇ ਗਏ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਟਕਾਲਾ ਤੋਂ ਟਿਕਟ ਦੇ ਦਿਓ, ਪਰ ਪ੍ਰਕਾਸ਼ ਸਿੰਘ ਬਾਦਲ ਨੇ ਉਹ ਟਿਕਟ ਨਹੀਂ ਸੀ ਦਿੱਤੀ। ਤਾਂ ਜਦੋਂ ਉਹਨਾਂ ਨੇ ਫਿਰ ਕਿਹਾ ਕਿ ਚੱਲ ਠੀਕ ਆ, ਤੂੰ ਇੱਕ ਟਿਕਟ ਨਾ ਦੇ, ਕਿਤੇ ਵੇਖੀ ਇੱਦਾਂ ਹੋਣਾ, ਤੂੰ ਟਿਕਟ ਤਾਂ ਨਹੀਂ ਦੇ ਰਿਹਾ, ਪਰ ਇੱਕ ਦਿਨ ਤੈਨੂੰ ਇੱਦਾਂ ਹੋਣਾ, ਇਸ ਬੰਦੇ ਕਰਕੇ ਤੈਨੂੰ ਕੁਰਸੀ ਛੱਡਣੀ ਪੈਣੀ ਹੈ। ਤਾਂ ਉਹ ਕੁਰਸੀ ਫਿਰ 2002 ਇਹੀ ਗੱਲਾਂ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੁਦ ਨਾਲ ਵੀ ਹੋਈਆਂ ਨੇ, ਜਿਹੜੇ ਕਹਿੰਦੇ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਲਈ ਦਰਵਾਜ਼ੇ ਬੰਦ ਨੇ, ਜਿਨ੍ਹਾਂ ਨੇ ਮੰਤਰੀ ਦੀ ਕੁਰਸੀ ਤੋਂ ਵੀ ਉਹਨੂੰ ਲਾਂਭੇ ਕਰਨ ਲਈ ਮਜਬੂਰ ਕਰਤਾ ਸੀ। ਹੁਣ ਉਹੀ ਨਵਜੋਤ ਸਿੰਘ ਸਿੱਧੂ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਦੇ ਭਾਰੂ ਪੈ ਗਿਆ ਤੇ ਨਾਲੇ ਕੈਪਟਨ ਦੇ। ਸੁਖਵਿੰਦਰ ਜੀ, ਇਤਿਹਾਸ ਤਾਂ ਹਮੇਸ਼ਾ ਦਰਉਂਦਾ ਰਹਿੰਦਾ ਆਪਣੇ ਆਪ ਨੂੰ, ਇਤਿਹਾਸ ਹਮੇਸ਼ਾ ਕਿਸੇ ਨਾ ਕਿਸੇ ਰੂਪ 'ਚ ਆਪਣੇ ਆਪ ਨੂੰ ਦਰਉਂਦਾ। ਚਲੋ ਉਹ ਇੱਕ ਵਿਸ਼ਾ ਨਹੀਂ ਹੈ। ਮੈਂ ਜਨਰਲੀ ਜਿਹੜੀ ਗੱਲ ਹੈ ਉਹ ਇੱਕ ਆਪਾਂ ਕਿਸੇ ਵੱਖਰੇ ਪ੍ਰੋਗਰਾਮ 'ਚ ਆਪਾਂ ਗੱਲ ਕਰਾਂਗੇ। ਗੱਲ ਤਾਂ ਇਹ ਚੱਲਦੀ ਕਿ ਗੱਲ ਬੈਕਫੁੱਟ ਦੀ, ਕਿ ਜਿਸ ਤਰੀਕੇ ਨਾਲ ਤੁਸੀਂ ਉਹਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਹਿ ਰਹੇ ਜੇ ਕਿ ਉਹ ਪੰਜਾਬ ਦੀ ਸਿਆਸਤ 'ਚ ਬੈਕਫੁੱਟ ਤੇ ਗਏ ਨੇ, ਨਹੀਂ, ਅਜੇ ਨਹੀਂ ਗਏ ਉਹ। ਹਾਂ, ਕੈਪਟਨ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਦੀ ਐਕਟੀਵਿਟੀ ਚੱਲ ਰਹੀਆਂ, ਗਤੀਵਿਧੀਆਂ ਚੱਲ ਰਹੀਆਂ ਨੇ, ਕਾਂਗਰਸ ਪਾਰਟੀ ਨੂੰ ਜਿਸ ਤਰੀਕੇ ਨਾਲ ਮਜ਼ਬੂਤ ਕਰ ਰਹੇ ਆ, ਤਾਂ ਉਹ ਕਾਂਗਰਸ ਦੇ ਸੰਦਰਭ ਦੇ ਵਿੱਚ ਤਾਂ ਬੈਕਫੁੱਟ ਤੇ ਗਏ ਹੀ ਗਏ ਹਨ। ਪਰ ਆਉਂਦੇ ਕੁਝ ਦਿਨਾਂ ਦੀ ਪੰਜਾਬੀ ਸਿਆਸਤ ਦੇ ਵਿੱਚੋਂ, ਕਿਉਂਕਿ ਵੇਖੋ ਸ਼ਾਇਦ ਮੈਂ ਤੁਹਾਡੀ ਗੱਲ ਦੀ ਕਿਸੇ ਹੋਰ ਤਰੀਕੇ ਨਾਲ ਪ੍ਰੋੜਤਾ ਕਰ ਰਿਹਾ, ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਦੀ ਆਲੋਚਨਾ ਕਰਦੀ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਨਹੀਂ ਲੈਂਦੀ। ਉਹ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਸੁਪਰੀਮੋ ਸਰਦਾਰ ਸੁਖਬੀਰ ਸਿੰਘ ਬਾਦਲ, ਜੇਕਰ ਉਹ ਕਾਂਗਰਸ ਦੀ ਆਲੋਚਨਾ ਕਰਦੇ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਨਹੀਂ ਲੈਂਦੇ। ਜੇ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਕਾਂਗਰਸ ਪਾਰਟੀ ਨੂੰ ਆਪਣੇ ਰਡਾਰ ਤੇ ਲੈਂਦੇ ਨੇ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਨਹੀਂ ਲੈਂਦੇ, ਉਹ ਸਾਰੇ ਨਾਮ ਲੈਂਦੇ ਨੇ ਨਵਜੋਤ ਸਿੰਘ ਸਿੱਧੂ ਦਾ। ਜੀ, ਤਾਂ ਫਿਰ ਤੁਹਾਡੀ ਗੱਲ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਕਹਿ ਸਕਦਾ ਕਿ ਪੂਰਨ ਤੌਰ ਤੇ ਠੀਕ ਆ ਕਿ ਉਹ ਬੈਕਫੁੱਟ ਤੇ ਦਿਨ ਬ ਦਿਨ ਜਾ ਰਹੇ ਆ। ਤਾਂ ਇਸੇ ਬੈਕਫੁੱਟ ਤੋਂ ਪਿੱਛੇ ਆਪਾਂ ਇਸ ਪਾਸੇ ਵੀ ਜੋੜ ਸਕਦੇ ਹਾਂ, ਕਿ ਨਵਜੋਤ ਸਿੰਘ ਸਿੱਧੂ ਕਹਿੰਦੇ ਹੁੰਦੇ ਸੀ 75-25 ਵਾਲੀ ਗੱਲ, ਹੁਣ ਮੁੱਖ ਮੰਤਰੀ ਦਾ ਕੈਪਟਨ ਅਮਰਿੰਦਰ ਸਿੰਘ ਨੇ ਤੇ ਵਿਰੋਧ ਤੁਸੀਂ ਕਰ ਰਹੇ ਹੋ ਨਵਜੋਤ ਸਿੰਘ ਸਿੱਧੂ ਦਾ। ਸਗੋਂ ਦੀ ਨਵਜੋਤ ਸਿੰਘ ਸਿੱਧੂ ਦਾ ਤੁਹਾਡਾ ਕੰਮ ਕਰ ਰਿਹਾ, ਜਿਹੜੀ ਵਿਰੋਧੀ ਧਿਰ ਦੇ ਵਿੱਚ ਆਮ ਆਦਮੀ ਪਾਰਟੀ ਸੀ, ਜਿਹੜਾ ਕੰਮ ਵਿਰੋਧੀ ਧਿਰਾਂ ਨੂੰ ਕਰਨਾ ਚਾਹੀਦਾ ਸੀ ਸਰਕਾਰ ਦੇ ਖਿਲਾਫ, ਸਗੋਂ ਦੀ ਉਹ ਕੱਲਾ ਨਵਜੋਤ ਸਿੰਘ ਸਿੱਧੂ ਕੰਮ ਕਰ ਰਿਹਾ। ਜੀ ਬਿਲਕੁਲ। ਵੇਖੋ ਉਹ ਤਾਂ ਡਬਲ ਭੂਮਿਕਾ ਜਿਹੜੀ ਉਹ ਨਿਭਾ ਰਹੇ ਨੇ, ਇੱਕ ਪਾਸੇ ਤੇ ਵਿਰੋਧੀ ਧਿਰ ਵਨ ਮੈਨ ਆਰਮੀ ਦੇ ਤੌਰ ਤੇ ਉਹ ਚੱਲ ਰਿਹਾ, ਇੱਕ ਪਾਸੇ 80 ਤੇ ਦੂਜੇ ਪਾਸੇ 37 ਵਿਧਾਇਕ ਨੇ, 37 ਵਿਧਾਇਕ ਰਲ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਘੇਰ ਸਕੇ, ਸਗੋਂ ਦੀ 80 ਦੇ ਵਿੱਚੋਂ ਹੀ ਇੱਕ ਵਿਧਾਇਕ ਜਿਹੜਾ ਜਾ ਕੇ ਉਹਨਾਂ ਨੂੰ ਘੇਰ ਰਿਹਾ। ਜੀ ਬਿਲਕੁਲ ਜੀ, ਪੂਰਨ ਤੌਰ ਤੇ ਬਿਲਕੁਲ ਤੁਸੀਂ ਬਾਤ ਦੋਸਤ ਫਰਮਾ ਰਹੇ ਜੀ। ਮੈਂ ਆਪਣੀ ਗੱਲ ਲੱਗਾ ਕਰਕੇ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਤਾਂ ਅਖੀਰ ਇੱਕੋ ਗੱਲ, ਜਿਹੜਾ ਪ੍ਰਸ਼ਨ ਸੀ, ਆਪਾਂ ਫਿਰ ਆਪਣੇ ਪ੍ਰਸ਼ਨ ਤੇ ਆਈਏ ਕਿ ਗੱਲ ਤਾਂ ਫਿਰ ਮੁੱਕਦੀ ਨਾ ਟਿਕਾਣਾ। ਮਤਲਬ ਕਿਤੇ ਨਾ ਕਿਤੇ ਤਾਂ ਰਾਜਿਆਂ ਨੇ ਆਪਣਾ ਰਾਜ ਸੰਭਾਲਣਾ, ਰਾਜ ਸੱਤਾ ਤਾਂ ਸੰਭਾਲਣੀ ਹੈ, ਤਾਂ ਉਹ ਰਾਜ ਸੱਤਾ ਸੰਭਾਲਣ ਵਾਸਤੇ ਇੱਕ ਪਾਸੇ ਤਖਤ ਵੀ ਖਾਲੀ ਹੋਵੇ ਤਾਂ ਇੱਕ ਪਾਸੇ ਤੁਹਾਨੂੰ ਆਵਾਜ਼ਾਂ ਵੀ ਮਿਲਦੀਆਂ ਹੋਣ ਤੇ ਤੁਹਾਡੇ ਕੋਲ ਮੁੱਦੇ ਵੀ ਹੋਣ, ਤਾਂ ਫਿਰ ਪੂਰਨ ਤੌਰ ਤੇ ਸੁਖਵਿੰਦਰ ਜੀ ਸਿਆਸਤ ਉਹੀ ਆ ਜਿਹੜੀ ਤੁਸੀਂ ਬਿਆਨ ਕੀਤੀ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਇਸੇ ਪ੍ਰਸੰਗ ਦੇ ਵਿੱਚ ਇਹ ਗੱਲਾਂ ਪਿਛੇ 4.5 ਸਾਲ ਤੋਂ ਚੱਲਦੀਆਂ ਆ ਰਹੀਆਂ ਨੇ ਕਿ ਕੈਪਟਨ ਸਾਹਿਬ ਕਿਸੇ ਵਕਤ ਵੀ ਬੀਜੇਪੀ ਨੂੰ ਜੁਆਇਨ ਕਰ ਸਕਦੇ ਆ, ਬੀਜੇਪੀ ਨੂੰ ਜੁਆਇਨ ਕਰ ਸਕਦੇ। ਤਾਂ ਸ਼ਾਇਦ ਇਸੇ ਥ੍ਰੈਟ ਕਰਕੇ, ਇਸੇ ਧਮਕੀ ਕਰਕੇ ਹੀ ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਬੜੀਆਂ
ਇਹੋ ਜਿਹੀ ਗੁਸਤਾਖੀਆਂ ਨੂੰ ਨਜ਼ਰਅੰਦਾਜ਼ ਕੀਤਾ, ਕਦੇ ਉਹ ਬੋਲੇ ਦੀ ਜਾਂ ਵਧੀਕੀਆਂ ਨੂੰ ਹਰ ਚੀਜ਼ ਨਾਲ ਬਰਦਾਸ਼ਤ ਕਿਉਂਕਿ ਕੀਤੀ। ਕੈਪਟਨ ਅਮਰਿੰਦਰ ਸਿੰਘ ਦੇ ਬਰਾਬਰ ਦਾ ਕੋਈ ਚਿਹਰਾ ਜਿਹੜਾ ਨਜ਼ਰ ਹੀ ਨਹੀਂ ਆ ਰਿਹਾ ਸੀ ਕਾਂਗਰਸ ਜੀ। ਨੂੰ, ਤੇ ਜਦੋਂ ਨਵਜੋਤ ਸਿੰਘ ਸਿੱਧੂ ਨਜ਼ਰ ਆ ਗਏ ਤੇ ਉਹਨਾਂ ਨੇ ਦੇਖਿਆ ਕਿ ਭਾਈ ਠੀਕ ਆ, ਹੁਣ ਮੌਕਾ ਹੈਗਾ। ਬਿਲਕੁਲ ਜੀ, ਬਿਲਕੁਲ ਬਿਲਕੁਲ ਠੀਕ ਕਿਉਂਕਿ ਹੈ। ਪਹਿਲਾਂ ਵੀ ਇਹੀ ਧਮਕੀਆਂ ਦਿੰਦੇ ਆ ਰਹੇ ਸੀਗੇ ਕਿ ਹੋ ਸਕਦਾ ਕਿ ਭਾਜਪਾ ਚੱਲ ਜਾਣ, ਭਾਜਪਾ ਚੱਲ ਜਾਣ, ਭਾਜਪਾ ਚੱਲ ਜਾਣ। ਇਹੀ ਬਲੈਕਮੇਲਿੰਗ ਦੇ ਤੌਰ ਤੇ ਕਹਿੰਦੇ ਕਿ ਹਾਈ ਕਮਾਨ ਨੂੰ ਆਪਣੇ ਫੈਸਲੇ ਵੀ ਮਨਵਾਉਂਦੇ ਰਹੇ ਆ, ਤੇ ਲੋਕਾਂ ਦੇ ਮਨਾਂ ਦੇ ਵਿੱਚ ਸੀਗੀ ਜੀ ਹਾਈ ਕਮਾਨ ਤਾਂ ਇਹਨਾਂ ਦੀ ਮੰਨਦੀ ਵੀ ਬਹੁਤ ਆ। ਜੀ ਬਿਲਕੁਲ ਬਿਲकुल, ਔਰ ਕਾਂਗਰਸ ਹਾਈਕਮਾਨ ਇਸੇ ਕਰਕੇ ਹੀ ਚੁੱਪ ਰਹੇ, ਕਿਉਂਕਿ ਜੇਕਰ ਤੁਸੀਂ 2002 ਤੋਂ ਲੈ ਕੇ ਇਹ ਹੁਣ ਤੱਕ ਦਾ ਕਾਂਗਰਸ ਦਾ ਇਤਿਹਾਸ ਵੇਖੋ ਤਾਂ ਕੇਵਲ ਇਹਨਾਂ 25-30 ਸਾਲਾਂ ਦਾ 20 ਸਾਲ ਦਾ ਵਕਫਾ ਬਣ ਗਿਆ। ਇਹਨਾਂ 20 ਸਾਲਾਂ 'ਚ ਕੇਵਲ ਕੈਪਟਨ ਅਮਰਿੰਦਰ ਸਿੰਘ ਦਾ ਯੁੱਗ ਰਿਹਾ, ਕੋਈ ਦੂਜੇ ਨੰਬਰ ਦਾ ਲੀਡਰ ਜਿਹੜਾ ਪੰਜਾਬ ਕਾਂਗਰਸ ਦੇ ਵਿੱਚ ਉੱਠ ਨਹੀਂ ਸਕਿਆ। ਤੇ ਜੇਕਰ ਆਪਣੀ ਕਾਬਲੀਅਤ ਕਰਕੇ ਨਵਜੋਤ ਸਿੰਘ ਸਿੱਧੂ ਹੁਣੀ ਬਾਹਰ ਉੱਠੇ ਨੇ ਔਰ ਇੱਕ ਤਗੜੀ ਟੱਕਰ ਦੇ ਰਹੇ ਨੇ, ਤਾਂ ਕੁਦਰਤੀ ਤੌਰ ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ, ਉਹਨਾਂ ਦੇ ਹੁਣ ਯੁੱਗ ਦਾ ਅੰਤ ਹੋ ਚੁੱਕਾ ਤੇ ਸਿੱਧੂ ਯੁੱਗ ਦੀ ਜਿਹੜੀ ਸ਼ੁਰੂਆਤ ਆ ਉਹ ਹੋ ਚੁੱਕੀ ਆ। ਤਾਂ ਪਰ ਫਿਰ ਵੀ ਕਿਉਂਕਿ ਦੂਜੇ ਪਾਸੇ ਉਹ ਕੈਪਟਨ ਫਿਰ ਵੀ ਰਾਜਾ ਆ, ਤਾਂ ਕਿਤੇ ਨਾ ਕਿਤੇ ਇੱਕ ਰਾਜਸੀ ਸੱਤਾ ਨੂੰ ਭੋਗਣ ਵਾਸਤੇ ਜਿਹੜੀਆਂ ਜਰਬਾਂ ਤਕਸੀਮਾਂ ਕਰਨੀਆਂ ਉਹਨਾਂ ਨੂੰ ਪੈ ਸਕਦੀਆਂ, ਔਰ ਜਰਬਾਂ ਤਕਸੀਮਾਂ ਜਿਹੜੀਆਂ ਨੇ ਉਹ ਉਹਨਾਂ ਨੇ ਇਸੇ ਤਰੀਕੇ ਨਾਲ ਕੀਤੀਆਂ ਨੇ ਜਿਸ ਤਰੀਕੇ ਨਾਲ ਤੁਸੀਂ ਸਥਿਤੀ ਬਿਆਨ ਕੀਤੀ ਕਿ ਭਾਜਪਾ ਦੇ ਨਾਲ ਉਹਨਾਂ ਦਾ ਜਿਹੜਾ ਗੱਠਜੋੜ ਹੋ ਰਿਹਾ। ਔਰ ਇੱਕ ਗੱਲ ਮੈਂ ਆਪਣੇ ਦਰਸ਼ਕਾਂ ਨੂੰ ਤੁਹਾਡੇ ਆਪਣੇ ਇਸ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹ ਵੀ ਦੱਸ ਦੇਵਾਂ ਕਿ ਆਉਂਦੇ ਕੁਝ ਦਿਨਾਂ ਦੇ ਵਿੱਚ ਜੇਕਰ ਕੈਪਟਨ ਅਮਰਿੰਦਰ ਸਿੰਘ ਹੋਣੀ ਇਹੋ ਜਿਹੀ ਸਥਿਤੀ ਜਿਹੋ ਜਿਹੀ ਸਥਿਤੀ ਚੱਲ ਰਹੀ ਆ, ਜੇਕਰ ਔਰ ਨਵਜੋਤ ਸਿੱਧੂ ਜਿਸ ਤਰੀਕੇ ਨਾਲ ਪ੍ਰੈਸ਼ਰ ਉਹਨਾਂ ਤੇ ਹਾਵੀ ਹੋ ਰਹੇ ਆ, ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਆ ਕਿ ਪੰਜਾਬ ਦੇ ਵਿੱਚ ਕਿਸੇ ਸਮੇਂ ਵੀ ਰਾਸ਼ਟਰਪਤੀ ਰਾਜ ਜਿਹੜਾ ਉਹ ਲਾਗੂ ਹੋ ਸਕਦਾ। ਇਹ ਬੜੇ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਜੇਕਰ ਉਹਨਾਂ ਦੀ ਬਰਦਾਸ਼ਤ ਦੀ ਜਿਹੜੀ ਸੀਮਾ ਆ ਉਹ ਖਤਮ ਹੋ ਰਹੀ ਆ, ਉਹ ਕਿਸੇ ਸੂਰਤ ਦੇ ਵਿੱਚ ਉਹ ਇਹ ਨਹੀਂ ਚਾਹੁੰਗੇ ਕਿ ਕੋਸ਼ਿਸ਼ ਜ਼ਰੂਰ ਕਰ ਸਕਦੇ ਆ, ਪਰ ਜਿਸ ਤਰੀਕੇ ਦੇ ਨਾਲ 59 ਵਿਧਾਇਕ ਸਰਕਾਰ ਬਣਾਉਣ ਲਈ ਚਾਹੀਦੇ ਹੁੰਦੇ ਆ ਤੇ 60 ਪਲੱਸ ਜਿਹੜੇ ਆ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਹੈਗੀ ਆ। ਬਿਲਕੁਲ ਜੀ ਬਿਲਕੁਲ ਠੀਕ ਆ, ਪਰ ਜੇਕਰ ਉਹ ਆਪਣੇ ਗਵਰਨਰ ਪੰਜਾਬ ਗਵਰਨਰ ਨੂੰ ਜਾ ਕੇ ਰਿਜ਼ਾਈਨ ਦੇ ਦਿੰਦੇ ਆ ਕਿ ਮੈਂ ਪੰਜਾਬ ਦੇ ਵਿੱਚ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਰਿਜ਼ਾਈਨ ਦੇਣਾ ਕਿ ਮੈਂ ਸਰਕਾਰ ਨਹੀਂ ਚਲਾ ਸਕਦਾ ਜਾਂ ਮੇਰੀ ਸਰਕਾਰ ਚੱਲਣ ਮੈਂ ਸਮਰੱਥ ਨਹੀਂ ਹਾਂ, ਤਾਂ ਬੀਜੇਪੀ ਜਿਹੜੀ ਗਵਰਨਰ ਦੇ ਰਾਹੀਂ ਉਹ ਬਹੁਤ ਇਸ ਪੱਬਾਂ ਭਾਰ ਹੋਈ ਬੈਠੀ ਹੈ ਜੀ ਕਿ ਕਿਸ ਵਕਤ ਮਤਲਬ ਮੁੱਖ ਮੰਤਰੀ ਸਾਹਿਬ ਅਸਤੀਫਾ ਦੇਣ ਤੇ ਰਾਜਪਾਲ ਹੁਣ ਇੱਕ ਅੱਖਾਂ ਦੇ ਫੌਰ ਦੇ ਵਿੱਚ ਹੀ ਇਹ ਵੀ ਤੁਹਾਡੀ ਜਾਣਕਾਰੀ ਵਾਸਤੇ ਆਪਾਂ ਦਰਸ਼ਕਾਂ ਨੂੰ ਇਹ ਸਾਡੇ ਦਰਸ਼ਕ ਕੇਵਲ ਇਸ ਨੂੰ ਕੋਰੀ ਅਫਵਾਹ ਨਾ ਸਮਝਣ, ਇਹ ਗੱਲ ਅਸੀਂ ਤੱਥਾਂ ਦੇ ਆਧਾਰ ਤੇ ਹੀ ਗੱਲ ਕਹਿ ਰਹੇ ਹਾਂ ਕਿ ਕਿਸੇ ਵਕਤ ਵੀ ਜੇਕਰ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਅਸਤੀਫਾ ਦਿੰਦੇ ਆ ਤਾਂ ਉਹ ਅਸਤੀਫਾ ਅੱਧੇ ਘੰਟੇ ਜਾਂ ਪੌਣੇ ਘੰਟੇ ਦੇ ਵਿੱਚ ਰਾਸ਼ਟਰਪਤੀ ਕੋਲ ਨਹੀਂ ਪਹੁੰਚੇਗਾ, ਉਹ ਅੱਖਾਂ ਦੇ ਫੋਰ ਦੇ ਵਿੱਚ ਹੀ ਪਹੁੰਚੇਗਾ। ਕੀ ਪਤਾ ਉਹ ਪਹੁੰਚੇ ਹੀ ਹੋਵੇ ਤਾਂ ਕੇਵਲ ਸਾਈਨ ਹੋ ਜਾਣ, ਮਿੰਟ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਉਹ ਲਗਾਇਆ ਜਾ ਸਕਦਾ। ਇਹ ਵੀ ਜਿਹੜੀ ਸੂਤਰਾਂ ਤੋਂ ਜਿਹੜੀ ਨਵੀਂ ਡਿਵੈਲਪਮੈਂਟ ਜਿਹੜੀ ਉਹ ਹੋ ਰਹੀ ਹੈ, ਇਹ ਸਭ ਕੁਝ ਯਾਨੀ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਸਿਆਸੀ ਪੰਡਤਾਂ ਦੇ ਅੰਦਰ, ਸਿਆਸੀ ਗਲਿਆਰਿਆਂ ਦੇ ਅੰਦਰ, ਉਹ ਜਿਹੜੀਆਂ ਚਰਚਾਵਾਂ ਜਿਹੜੀਆਂ ਸਹੀ ਹੋ ਸਕਦੀਆਂ ਨੇ ਕਿਸੇ ਵਕਤ ਵੀ। ਬਿਲਕੁਲ ਸੁਖਵਿੰਦਰ ਜੀ, ਇਹਦੇ 'ਚ ਤਾਂ ਕੋਈ ਸ਼ੱਕ ਹੀ ਨਹੀਂ ਆ। ਜਿਹੜੀ ਇਹ ਜਾਣਕਾਰੀ ਅਸੀਂ ਆਪਣੇ ਇੱਕ ਜ਼ਿੰਮੇਵਾਰ ਚੈਨਲ ਤੋਂ ਦੇ ਰਹੇ ਹਾਂ ਔਰ ਪੂਰੀ ਤੱਥਾਂ ਦੇ ਆਧਾਰ ਤੇ ਦੇ ਰਹੇ ਹਾਂ, ਸਟੀਕ ਇੱਕ ਜਾਣਕਾਰੀ ਦੇ ਰਹੇ ਹਾਂ ਕਿਉਂਕਿ ਬੜਾ ਚਿਰ ਹੋ ਚੱਲਿਆ ਆਪਾਂ ਨੂੰ ਗੱਲਬਾਤ ਕਰਦੇ ਹਾਂ ਔਰ ਇਸ ਗੱਲਬਾਤ ਦੇ ਆਧਾਰ ਤੇ ਜਿਸ ਤਰੀਕੇ ਨਾਲ ਤੁਸੀਂ ਇੱਕ ਸ਼ਬਦ ਵਰਤੇ ਸਟੀਕ, ਔਰ ਸਟੀਕ ਜਾਣਕਾਰੀ ਉਹੀ ਆ ਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਵੇਟ ਐਂਡ ਵਾਚ ਦੀ ਸਥਿਤੀ ਨੂੰ ਵੇਖ ਰਹੇ ਆ ਕਿਉਂਕਿ ਉਹਨਾਂ ਕੋਲ ਅਖੀਰਲਾ ਰਸਤਾ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਦਾ ਧੜਾ ਉਹਨਾਂ ਤੇ ਹਾਵੀ ਹੁੰਦਾ ਜਾ ਰਿਹਾ ਔਰ ਜਿਸ ਤਰੀਕੇ ਨਾਲ ਪ੍ਰਗਟ ਸਿੰਘ ਜਾਂ ਜਿਸ ਤਰੀਕੇ ਨਾਲ ਅੱਜ ਮੀਡੀਆ ਸਲਾਹਕਾਰ ਜਾਂ ਜਿਸ ਤਰੀਕੇ ਨਾਲ ਕਾਂਗਰਸ ਹਾਈਕਮਾਨ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਪਿੱਠ ਤੇ ਖਲੋਤੀ ਹੈ, ਅਖੀਰ ਤੇ ਉਹਨਾਂ ਕੋਲ ਇਹੋ ਹੀ ਰਸਤਾ ਬਚਦਾ ਕਿ ਉਹ ਕਿਸੇ ਵਕਤ ਵੀ ਰਾਸ਼ਟਰਪਤੀ ਰਾਜ ਜਿਹੜਾ ਉਹ ਆਪਣਾ ਅਸਤੀਫਾ ਦੇ ਸਕਦਾ ਮੁੱਖ ਮੰਤਰੀ ਦੇ ਅਹੁਦੇ ਤੋਂ। ਔਰ ਦੂਜੇ ਪਾਸੇ ਜਿਹੜੇ ਗਵਰਨਰ ਸਾਹਿਬ ਨੇ ਉਹ ਵੀ ਪੂਰਨ ਤੌਰ ਤੇ ਤਿਆਰ ਬੈਠੇ ਆ ਸਹੀ ਮਾਰਨ ਨੂੰ। ਸੋ ਬੜੇ ਆਉਂਦੇ ਕੁਝ ਦਿਨ ਜਿਹੜੇ ਨੇ ਬੜੇ ਦਿਲਚਸਪ ਸਥਿਤੀ ਵਾਲੇ ਜਿਹੜੇ ਹੋਣਗੇ। ਬਾਕੀ ਅਸਲ ਸਮੇਂ ਦੇ ਗਰਭ 'ਚ ਕੀ ਪਿਆ ਇਹ ਤਾਂ ਸਮਾਂ ਜਾਣਦਾ, ਅਸੀਂ ਤਾਂ ਕੇਵਲ ਉਹ ਜਾਣਕਾਰੀ ਹੈ ਜੋ ਸਾਨੂੰ ਸੂਤਰਾਂ ਦੇ ਆਧਾਰ ਤੇ ਜਾਂ ਤੱਥਾਂ ਦੇ ਆਧਾਰ ਤੇ ਸਾਨੂੰ ਜਿਹੜੀ ਉਹ ਮਿਲਦੀ ਹੈ। ਜੀ ਸੁਖਵਿੰਦਰ ਪ੍ਰੋਫੈਸਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਸ ਅਹਿਮ ਮਸਲੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਪ੍ਰੋਫੈਸਰ ਸਾਹਿਬ ਹੋਰਾਂ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।